ਹੁਣ ਆਖਾਂਗੇ ਵੀ ਵਿਦਿਆ ਕਿਵੇਂ। ਮਹਾਰਾਜ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਉੱਥੇ ਅੱਖਰਾਂ ਦੇ ਪੜ੍ਹਨ ਦੀ ਖੇਡ ਨਹੀਂ, ਉੱਥੇ ਉਸ ਵਿਦਿਆ ਦੀ ਗੱਲ ਆ ਜਿਹੜੀ ਸੰਸਾਰ ਵਿੱਚ ਜਿਉਣ ਦੀ ਸੋਝੀ ਦਿੰਦੀ ਆ। ਹੁਣ ਪੁਰਾਣੇ ਸਮਿਆਂ 'ਚ ਬਹੁਤ ਐਸੇ ਲੋਕ ਸਨ ਜਿਹੜੇ ਇਹ ਆਖਦੇ ਵੀ ਆਪਾਂ ਤੇ ਕਦੇ ਸਕੂਲ ਵੀ ਨਹੀਂ ਗਏ, ਪਰ ਜਦੋਂ ਆਪਾਂ ਉਹਨਾਂ ਕੋਲ ਬੈਠਦੇ ਹਾਂ ਤੇ ਸਾਨੂੰ ਲੱਗਦਾ ਵੀ ਅਸੀਂ ਭਾਵੇਂ ਯੂਨੀਵਰਸਿਟੀਆਂ ਤੱਕ ਕਿੱਥੋਂ ਤੱਕ ਪਹੁੰਚ ਜਾਈਏ, ਪਰ ਜਿਹੜਾ ਗਿਆਨ, ਜਿਹੜੀ ਸਮਝ, ਜਿਹੜੀ ਸੋਝੀ ਇਹਨਾਂ ਕੋਲ ਹੈ, ਹੋ ਸਕਦਾ ਉਹ ਸਾਨੂੰ ਉੱਥੋਂ ਨਾ ਮਿਲੇ। ਇਹਨਾਂ ਦੇ ਕੋਲ ਉਹ ਤਜਰਬਾ ਹੈ, ਉਹ ਵਿਦਿਆ ਹੈ ਜਿਹੜੀ ਇਹਨਾਂ ਨੇ ਆਪਣੇ ਪਿੰਡੇ ਤੇ ਹੰਢਾ ਕੇ ਹਾਸਲ ਕੀਤੀ ਹੈ। ਆਖਿਆ ਪਰਮੇਸ਼ਰ ਦਾ ਧਿਆਨ ਸਾਨੂੰ ਇੱਦਾਂ ਦੀ ਵਿਦਿਆ ਨਾਲ ਜੋੜਦਾ ਹੈ, ਇੱਦਾਂ ਦੀ ਸੋਝੀ ਬਖਸ਼ਦਾ। ਵਿਦਿਆ ਤਪ ਜੋਗ ਪ੍ਰਭ ਧਿਆਨ। ਹੁਣ ਗੁਰਮਤਿ ਵਿੱਚ ਉਸ ਤਪ ਦਾ ਮਹਾਰਾਜ ਖੰਡਨ ਕਰਦੇ ਆ ਕਿ ਕਿਸੇ ਇੱਕ ਥਾਂ ਤੇ ਬਹਿ ਕੇ ਆਪਣੇ ਸਰੀਰ ਨੂੰ ਤਪਾਇਆ ਜਾਏ, ਹੱਠ ਕੀਤਾ ਜਾਏ। ਆਖਦੇ ਗੁਰਸਿੱਖਾਂ ਵਾਸਤੇ ਸਭ ਤੋਂ ਵੱਡਾ ਤਪ ਇਹ ਹੈ ਵੀ ਉਹ ਪਿਆਰੇ ਦੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਆ। ਫਿਰ ਜੋਗ ਮਿਲਾਪ ਦਾ ਜ਼ਿਕਰ ਆਇਆ, ਉੱਥੇ ਮਹਾਰਾਜ ਨੇ ਕਿਰਪਾ ਕੀਤੀ, ਭਗਵਿਆਂ ਕੱਪੜਿਆਂ 'ਚ ਨਹੀਂ, ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਨਹੀਂ, ਮੁੰਦਾ ਸੰਤੋਖ ਸ਼ਰਮਪਤ ਝੋੜੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ। ਮਹਾਰਾਜ ਕਹਿੰਦੇ ਮਨ ਜਿੱਤਿਆ। ਇਸ ਜੰਗ ਤੇ ਇਸ ਸਰੀਰ ਤੇ ਨਾ ਗਿਆਨ ਤੇ ਕਰਮ ਇੰਦਰੀਆਂ ਤੇ ਕਾਬਜ ਹੋ ਗਏ, ਸਾਡਾ ਇਹਨਾਂ ਤੇ ਕੰਟਰੋਲ ਹੋਇਆ। ਤੇ ਜੋਗ ਦਾ ਭਾਵ ਹੈ ਮਿਲਾਪ। ਇਸ ਕਰਕੇ ਆਖਿਆ ਸਭ ਤੋਂ ਵੱਡਾ ਜੋਗ ਕੀ ਹੈ? ਉਸ ਪ੍ਰਭੂ ਦੇ ਪਿਆਰੇ ਦੇ ਧਿਆਨ ਵਿੱਚ ਜੁੜਨਾ। ਜੋਗ ਪ੍ਰਭ ਧਿਆਨ। ਫਿਰ ਮਹਾਰਾਜ ਕਹਿੰਦੇ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਇਸ ਮਨ ਦਾ ਇਸ ਗਿਆਨ ਵਿੱਚ ਇਸ਼ਨਾਨ ਹੋਣਾ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਕਿਆ ਬਗ ਬੱਪੜਾ ਛਪੜੀ ਨਾਏ, ਕੀਚੜ ਡੂਬੇ ਮੈਲ ਨਾ ਜਾਏ। ਮਹਾਰਾਜ ਕਹਿੰਦੇ ਗੁਰਮੁਖਾਂ ਦੇ ਤੇ ਮਨਮੁਖਾਂ ਦੇ ਇਸ਼ਨਾਨ ਵਿੱਚ ਫਰਕ ਹੈ। ਜਦੋਂ ਗੁਰਮੁਖ ਇੱਥੇ ਚੁੱਭੀ ਲਾਉਂਦੇ ਆ, ਇਸ਼ਨਾਨ ਕਰਦੇ ਆ, ਉਹ ਇੱਥੋਂ ਮੋਤੀ ਲੈ ਕੇ ਜਾਂਦੇ ਆ, ਉਹਨਾਂ ਦਾ ਇਸ਼ਨਾਨ ਉੱਤਮ ਹੈ। ਤੇ ਜਦੋਂ ਮਨਮੁਖਾਂ ਦਾ ਜ਼ਿਕਰ ਕੀਤਾ, ਆਖਿਆ ਬੰਗਲੇ ਛੱਪੜਾਂ ਤੇ ਨਹਾਉਂਦੇ ਆ, ਚਿੱਕੜ 'ਚ ਡੁੱਬਦੇ ਆ ਤੇ ਉਹਨਾਂ ਦੀ ਮੈਲ ਨਹੀਂ ਜਾਂਦੀ। ਇਹ ਰੱਬੀ ਗਿਆਨ ਉੱਤਮ ਹੈ। ਇਹਦੇ ਵਿੱਚ ਕੀਤਾ ਹੋਇਆ ਇਸ਼ਨਾਨ ਕਊਆ ਬਿਰਤੀ ਤੋਂ ਹੰਸ ਬਿਰਤੀ ਬਣਾ ਦਿੰਦਾ ਹੈ। ਇਹ ਉਹ ਸਰੋਵਰ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇੱਥੇ ਪਾਪ ਜਿਹੜੇ ਜੀਵਨ ਵਿੱਚ ਸਨ, ਮਾੜੇ ਖਿਆਲ ਸਨ, ਮਹਾਰਾਜ ਕਹਿੰਦੇ ਉਤਰ ਜਾਂਦੇ ਹਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਧ ਸਗਲ ਤੇ ਉਦਾਸ। ਇਹ ਦੋਵੇਂ ਚੀਜ਼ਾਂ ਵੱਖਰੀਆਂ ਨੇ, ਚਾਰ ਪਦਾਰਥ ਤੇ ਫਿਰ ਕਮਲ ਦਾ ਪ੍ਰਕਾਸ਼। ਕਮਲ ਦੇ ਪ੍ਰਕਾਸ਼ ਦਾ ਜ਼ਿਕਰ ਕੀਤਾ ਮਹਾਰਾਜ ਨੇ ਅਗਲੀ ਪੰਕਤੀ ਵਿੱਚ। ਤੇ ਚਾਰ ਪਦਾਰਥ ਸਾਹਿਬ ਨੇ ਜਦੋਂ ਬਾਣੀ ਵਿੱਚ ਇਹਨਾਂ ਦੀ ਵਿਆਖਿਆ ਕੀਤੀ ਨਾ, ਧਰਮ ਅਰਥ ਕਾਮ ਮੋਖ ਕਾ ਦਾਤਾ। ਸਾਹਿਬ ਨੇ ਆਖਿਆ ਚਾਰ ਪਦਾਰਥ ਕਿਹੜੇ ਆ? ਧਰਮ ਫਰਜ਼, ਅਰਥ ਵਸਤੂਆਂ, ਕਾਮ ਕਾਮਨਾ, ਮੋਖ ਮੁਕਤੀ। ਸਾਰਾ ਕੁਝ ਜਿਹੜਾ ਉਹ ਇਹਨਾਂ ਚਾਰ ਪਦਾਰਥਾਂ ਵਿੱਚ ਸਿਮਟਿਆ ਹੋਇਆ ਹੈ।
ਤੇ ਇੱਥੇ ਆਖਿਆ ਜਿਹੜਾ ਸਤ ਸੰਗਤ ਵਿੱਚ ਆਉਂਦਾ ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਤੇ ਜਿਨ੍ਹਾਂ ਦੇ ਕੋਲ ਇਹ ਚਾਰ ਪਦਾਰਥਾਂ ਦੀ ਸਮਝ ਹੈ, ਸੋਝੀ ਹੈ, ਉਹਨਾਂ ਨੂੰ ਆਖਿਆ ਕਮਲ ਪ੍ਰਗਾਸ਼। ਉਹਨਾਂ ਦੇ ਹਿਰਦੇ ਵਿੱਚ ਕੌਲ ਫੁੱਲ ਖਿੜਦਾ। ਸਭ ਕੇ ਮਦ ਸਗਲ ਤੇ ਉਦਾਸ। ਹੁਣ ਸਾਰਿਆਂ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ, ਗ੍ਰਸਥ ਵਿੱਚ ਰਹਿੰਦਿਆਂ, ਧਰਮ ਕਰਮ ਕਰਦਿਆਂ, ਫਰਜ਼ ਨਿਭਾਉਂਦਿਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਇਹਨਾਂ ਤੋਂ ਉਪਰਾਮ ਰਹਿਣਾ, ਉੱਪਰ ਰਹਿਣਾ, ਇਹ ਸੁੱਖ ਹੈ, ਟਿਕਾ ਹੈ, ਜਿੱਥੇ ਪਕੜ ਨਹੀਂ ਹੈ। ਦਾਵੇ ਦਾਜਣ ਹੋਤ ਹੈ, ਨਿਰਦਾਵੇ ਰਹੇ ਨਿਸੰਕ। ਜਦੋਂ ਅਸੀਂ ਕਿਸੇ ਚੀਜ਼ ਤੇ ਦਾਵਾ ਬੰਨ੍ਹਦੇ ਆ ਨਾ, ਫਿਰ ਭਗਤ ਸਾਹਿਬ ਨੇ ਆਖਿਆ ਉੱਥੇ ਸਾਨੂੰ ਹੋ ਸਕਦਾ ਜਿਹੜੀ ਤੇ ਅਸੀਂ ਜ਼ਿਆਦਾ ਦਾਵਾ ਬੱਧਾ, ਉੱਥੋਂ ਸਾਨੂੰ ਨਿਰਾਸ਼ਤਾ ਪੱਲੇ ਪਏ। ਪਰ ਜਦੋਂ ਅਸੀਂ ਦਾਵਾ ਨਹੀਂ ਕੀਤਾ, ਆਖਿਆ ਵੀ ਮੇਰੇ ਕੋਲ ਤੇ ਮੇਰਾ ਕੁਝ ਨਹੀਂ ਹੈ, ਜੋ ਕੁਝ ਮਾਲਕ ਪਰਮੇਸ਼ਰ ਦਾ ਹੈ, ਨਿਰਦਾਵੇ ਰਹੇ ਨਿਸ਼ੰਕ, ਫਿਰ ਉਦਾਸ ਰਹਿ। ਤੇ ਹਜ਼ੂਰ ਦੀ ਬਾਣੀ ਨੇ ਇਹ ਕਿਰਪਾ ਕੀਤੀ ਵੀ ਕਮਲ ਦੇ ਫੁੱਲ ਵਾਂਗ ਜੀਵਨ ਹੋਇਆ। ਉਹ ਖਿੜਿਆ ਕਿੱਥੇ? ਚਿੱਕੜ ਵਿੱਚ। ਪਰ ਉਹਦੇ ਜਿਹੜੇ ਪੱਤੇ ਆ, ਜਿਹੜੀਆਂ ਪੰਖੜੀਆਂ, ਉਹਨਾਂ ਤੇ ਚਿੱਕੜ ਦਾ ਲੇਪ ਨਹੀਂ ਲੱਗਦਾ। ਉੱਥੇ ਫਿਰ ਮਹਾਰਾਜ ਨੇ ਇਹ ਕਿਰਪਾ ਕੀਤੀ, ਮੁਰਗਾਈ ਦਾ ਜ਼ਿਕਰ ਕੀਤਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਆਖਿਆ ਜਿਵੇਂ ਕਮਲ ਦਾ ਫੁੱਲ ਹੈ, ਜਿਵੇਂ ਮੁਰਗਾਈ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਹੈ। ਸ਼ਬਦ ਸੁਰਤ ਭਵ ਜਲ